So now let us start with your chapter, Letter to a Teacher. So we had finished with the introduction to the chapter, and I hope you have understood something about the background. For example, the writers of this book. So as we discussed in the previous lecture also, this is just a small extract from a much bigger book. So what we are going to study, ਜੋ ਅਸੀਂ ਹੁਣ ਆਪਾਂ ਕਰਨਾ ਹੈਗਾ ਉਹ ਕੀ ਹੈ, ਇੱਕ ਛੋਟਾ ਜਿਹਾ ਛੋਟਾ ਜਿਹਾ ਚੈਪਟਰ ਤੁਸੀਂ ਕਹਿ ਸਕਦੇ ਹੋ ਇੱਕ ਵੱਡੀ ਕਿਤਾਬ 'ਚੋਂ। Okay, so letter to a teacher. Now let us start. So dear miss, you won't remember me or my name. You have failed so many of us. So ਹੁਣ ਜਿੱਦਾਂ ਆਪਾਂ ਪਹਿਲਾਂ ਵੀ ਕੀਤਾ ਸੀਗਾ ਕਿ ਡਿਸਕਸ ਕੀਤਾ ਸੀ ਕਿ ਦਿਸ ਬੁੱਕ ਇਜ਼ ਇਨ ਦਾ ਫਾਰਮ ਆਫ ਅ ਲੈਟਰ। ਕਲੀਅਰ, ਇੱਕ ਚਿੱਠੀ ਦੇ ਰੂਪ ਦੇ ਵਿੱਚ ਹੈ। ਔਰ ਕਿਸ ਤਰ੍ਹਾਂ ਦੀ ਚਿੱਠੀ ਹੈ? ਜਿਸ ਤਰ੍ਹਾਂ ਇਮੈਜਿਨ ਕਰੋ ਕਿ ਸ਼ਿਕਾਇਤਾਂ ਵਾਲੀ ਚਿੱਠੀ। ਕਲੀਅਰ ਕਿ ਸਪੋਜ਼ ਯੂ ਹੈਵ ਅ ਲੋਟ ਆਫ ਗ੍ਰੀਵੈਂਸਿਸ, ਤੁਹਾਨੂੰ ਕਈ ਸ਼ਿਕਾਇਤਾਂ ਹੈ। ਸੋ ਬੱਚਿਆਂ ਨੇ ਮਿਲ ਕੇ ਇੱਕ ਕਿਤਾਬ ਲਿਖੀ ਹੈ ਜਿਹਦੇ ਵਿੱਚ ਕਿ ਉਹਨਾਂ ਨੇ ਆਪਣੇ ਜਿਹੜੇ ਸਕੂਲਾਂ 'ਚੋਂ ਉਹ ਆਏ ਹੈਗੇ ਆ, ਉਹਨਾਂ ਦੇ ਜਿਹੜੇ ਉੱਥੇ ਤਜਰਬੇ ਹੋਏ ਆ ਉੱਥੋਂ ਦੇ ਟੀਚਰਸ ਦੇ ਨਾਲ, ਉਹਦੇ ਬਾਰੇ ਇਹ ਕਿਤਾਬ ਲਿਖੀ ਗਈ ਹੈ। ਅਤੇ ਸੋ ਜਿੱਦਾਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਵੀ ਡਿਸਕਸ ਕਰ ਰਹੇ ਸੀ ਕਿ these children were they belonged to poor families, ਔਰ ਇਹਨਾਂ ਨੂੰ ਰਵਾਇਤੀ ਸਕੂਲਾਂ ਦੇ ਵਿੱਚੋਂ ਦੀ, ਇਹਨਾਂ ਨੂੰ ਮਹਿੰਗੇ ਸਕੂਲਾਂ ਦੇ ਵਿੱਚੋਂ ਦੀ ਇਹਨਾਂ ਨੂੰ ਫੇਲ ਕਰ ਦਿੱਤਾ ਗਿਆ ਸੀ, ਐਂਡ ਦੇ ਹੈਡ ਟੂ ਲੀਵ ਦੋ ਸਕੂਲਸ। ਅਤੇ ਸੋ ਫਿਰ ਇਹਦੇ ਵਿੱਚ ਹੁਣ ਉਸ ਤੋਂ ਬਾਅਦ ਜਦੋਂ ਸਕੂਲ ਆਫ ਬਾਰਬੀਆਨਾ ਦੇ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਦਿਆਲੂ ਵਿਅਕਤੀ ਨੇ ਜਿਹੜਾ ਸਕੂਲ ਸ਼ੁਰੂ ਕੀਤਾ ਸੀ, ਲੋਰੈਂਜ਼ੋ ਮਿਲਾਨੀ ਨੇ, ਕਿ ਸੋ ਉਹਨੇ ਉਹਨਾਂ ਨੂੰ ਉੱਥੇ ਐਡਮਿਸ਼ਨ ਦਿੱਤੀ ਔਰ ਫਿਰ ਉਹ ਇਕੱਠੇ ਹੋ ਕੇ ਉਹਨਾਂ ਨੇ ਇਹ ਕਿਤਾਬ ਲਿਖੀ। ਸੋ ਜਿਹਦੇ ਵਿੱਚ ਕਿ ਉਹਨਾਂ ਦੇ ਸਾਰਿਆਂ ਦੇ ਆਪਣੇ ਪਹਿਲੇ ਵਾਲੇ ਪੁਰਾਣੇ ਸਕੂਲਾਂ ਦੇ ਤਜਰਬੇ ਦਰਜ ਹੈਗੇ। ਸੋ ਦੇਖੋ ਇਹਨੂੰ ਹੁਣ। ਸੋ ਸ਼ੁਰੂ ਵਿੱਚ ਉਹ ਕੀ ਕਹਿੰਦੇ ਹੈ, ਡੀਅਰ ਮਿਸ, ਯੂ ਵੋਂਟ ਰਿਮੈਂਬਰ ਮੀ ਔਰ ਮਾਈ ਨੇਮ, ਯੂ ਹੈਵ ਫੇਲਡ ਸੋ ਮੈਨੀ ਆਫ ਅਸ। ਸੋ ਮਿਸ ਇੱਥੇ ਕੌਣ ਹੈ? ਟੀਚਰ। ਕਿ ਤੈਨੂੰ ਤਾਂ ਅਸੀਂ ਯਾਦ ਨਹੀਂ ਹੋਣੇ ਕਿਉਂਕਿ ਤੂੰ ਸਾਡੇ ਵਰਗੇ ਕਈਆਂ ਨੂੰ ਫੇਲ ਕੀਤਾ ਹੈਗਾ। ਸੋ on the other hand, I have often had thoughts about you and the other teachers and about that institution which you call school and about the boys that you fail. So ਕੀ ਕਹਿੰਦਾ ਕਿ ਸੋ ਬੱਚੇ ਕੀ ਕਹਿ ਰਹੇ ਆ ਕਿ ਤੁਹਾਨੂੰ ਟੀਚਰਸ ਨੂੰ ਤਾਂ ਬਿਲਕੁਲ ਨਹੀਂ ਅਸੀਂ ਯਾਦ ਹੋਣੇ ਕਿਉਂਕਿ ਤੁਸੀਂ ਸਾਡੇ ਵਰਗੇ ਕਈਆਂ ਨੂੰ ਫੇਲ ਕੀਤਾ ਹੈਗਾ। ਪਰ ਉਹ ਕੀ ਕਹਿੰਦਾ ਕਿ ਸਾਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਯਾਦ ਹੋ ਆਪਣੇ ਪੁਰਾਣੇ ਸਕੂਲ ਦੇ ਟੀਚਰਸ, ਔਰ ਈਵਨ ਅਸੀਂ ਉਸ ਸਕੂਲ ਬਾਰੇ ਵੀ ਬਹੁਤ ਸੋਚਦੇ ਹਾਂ ਜਿਹਦੇ 'ਚੋਂ ਕਿ ਸਾਨੂੰ ਫੇਲ ਕੀਤਾ ਗਿਆ। ਯੂ ਫੇਲ ਅਸ ਰਾਈਟ ਆਊਟ ਇਨ ਟੂ ਦ ਫੀਲਡਸ ਐਂਡ ਫੈਕਟਰੀਜ਼ ਐਂਡ ਦੈਨ ਯੂ ਫੋਰਗੈਟ ਅਸ। ਸੋ ਫਿਰ ਉਹ ਬੱਚੇ ਕੀ ਕਹਿੰਦੇ ਆ ਕਿ ਟੀਚਰਸ ਤਾਂ ਸਾਨੂੰ ਫੇਲ ਕਰ ਦਿੰਦੇ ਆ ਔਰ ਸਕੂਲੋਂ ਦੀ ਕੱਢ ਦਿੰਦੇ ਹੈਗੇ, ਕਿ ਪੇਰੈਂਟਸ ਨੂੰ ਕੀ ਬੁਲਾ ਕੇ ਕਹਿੰਦੇ ਆ ਕਿ ਇਹ ਬੱਚਾ ਹੁਣ ਨਹੀਂ ਚੱਲ ਸਕਦਾ, ਇਹਨੂੰ ਇੱਥੋਂ ਦੀ ਲੈ ਜਾਓ। ਪਰ ਉਹ ਕੀ ਕਹਿੰਦੇ ਆ ਕਿ ਅਸੀਂ ਗਰੀਬ ਪਰਿਵਾਰ ਦੇ ਬੱਚੇ ਹੁੰਦੇ ਹਾਂ। ਸੋ ਬਾਅਦ ਦੇ ਵਿੱਚ ਕੀ ਹੁੰਦਾ ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਬਸ ਉੱਥੇ ਹੀ ਓਨੀ ਹੀ ਰਹਿ ਜਾਂਦੀ ਹੈ। ਕਲੀਅਰ, ਕਿਉਂਕਿ ਜਦੋਂ ਪੇਰੈਂਟਸ ਜਿਹੜੇ ਆ ਉਹ ਜਦੋਂ ਦੇਖਦੇ ਆ ਕਿ ਸਾਡੇ ਬੱਚੇ ਨਹੀਂ ਚੱਲ ਰਹੇ, ਕਲੀਅਰ, ਫਿਰ ਉਹ ਨੈਚੁਰਲੀ ਇੱਕ ਫੇਲੀਅਰ ਨੂੰ ਜਦੋਂ ਹੋਰ ਕਿਸੇ ਸਕੂਲ 'ਚੋਂ ਐਡਮਿਸ਼ਨ ਦਿਵਾਉਣ ਜਾਂਦੇ ਆ, ਫਿਰ ਬਾਕੀ ਸਕੂਲਸ ਵੀ ਜਦੋਂ ਮਨਾ ਕਰ ਦਿੰਦੇ, ਫਿਰ ਇੱਕ ਜਿਹੜਾ ਗਰੀਬ ਫਾਦਰ ਹੈ ਉਹ ਕੀ ਕਰਦਾ, ਫਿਰ ਉਹ ਕਿਉਂਕਿ ਬਿਕੋਜ਼ ਹੀ ਇਜ਼ ਅ ਲੇਬਰਰ ਆਫਟਰ ਆਲ, ਉਹ ਵੀ ਮਜ਼ਦੂਰ ਹੁੰਦਾ, ਸੋ ਰੋਜ਼ ਦੀ ਉਹ ਆਪਣੀ ਦਿਹਾੜੀ ਨਹੀਂ ਖਰਾਬ ਕਰਨਾ ਚਾਹੁੰਦਾ। ਸੋ ਅਲਟੀਮੇਟਲੀ ਫਿਰ ਕੀ ਹੁੰਦਾ ਕਿ ਉਹ ਬੱਚੇ ਨੂੰ ਫਿਰ ਜਾਂ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਨ ਲਈ ਭੇਜ ਦਿੰਦਾ ਜਾਂ ਖੇਤਾਂ ਵਿੱਚ। ਸੋ ਬੱਚਾ ਹੁਣ ਕੀ ਕਹਿ ਰਿਹਾ ਹੈਗਾ ਟੀਚਰ ਨੂੰ ਕਿ ਤੁਸੀਂ ਤਾਂ ਸਾਨੂੰ ਫੇਲ ਕਰਕੇ ਸਕੂਲ 'ਚੋਂ ਕੱਢ ਦਿੱਤਾ, ਔਰ ਮੇਰੇ ਵਰਗਿਆਂ ਨੂੰ ਕਈਆਂ ਨੂੰ ਜਿਹੜੇ ਕਿ ਦ ਚਿਲਡਰਨ ਹੂ ਬਿਲੋਂਗਡ ਟੂ ਪੂਅਰ ਫੈਮਲੀਜ਼, ਯੂ ਫੇਲਡ ਅਸ ਆਊਟ ਆਫ ਦ ਸਕੂਲ, ਕਿ ਤੁਸੀਂ ਸਾਨੂੰ ਸਕੂਲ 'ਚੋਂ ਫੇਲ ਕਰਕੇ ਕੱਢ ਦਿੱਤਾ। ਕਲੀਅਰ, ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਸ ਤੋਂ ਬਾਅਦ ਸਾਡੀ ਐਜੂਕੇਸ਼ਨ ਜਿਹੜੀ ਹੈ ਉਹ ਉੱਥੇ ਹੀ ਰਹਿ ਜਾਂਦੀ ਹੈ, ਕਿਉਂਕਿ ਜਨਰਲੀ ਫਿਰ ਕੀ ਹੁੰਦਾ, ਵੀ ਡੂ ਨਾਟ ਗੈਟ ਐਡਮਿਸ਼ਨ ਇਨ ਐਨੀ ਅਦਰ ਸਕੂਲ, ਵੀ ਡੂ ਨਾਟ ਗੈਟ ਐਡਮਿਟਿਡ ਟੂ ਐਨੀ ਅਦਰ ਸਕੂਲ, ਔਰ ਫਿਰ ਸਾਨੂੰ ਸਾਡੇ ਜਿਹੜੇ ਪੇਰੈਂਟਸ ਹੈਗੇ ਆ ਉਹ ਖੇਤਾਂ ਵਿੱਚ ਕੰਮ ਕਰਨ ਲਈ ਭੇਜ ਦਿੰਦੇ ਜਾਂ ਕਿਸੇ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਲਈ ਭੇਜ ਦਿੰਦੇ। ਸੋ ਵਾਈਲ ਗਿਵਿੰਗ ਅ ਟੈਸਟ you used to walk up and down between the rows of desks and seem in trouble and making mistakes, but you never said a word. So ਫਿਰ ਉਹ ਕੀ ਕਹਿੰਦਾ ਕਿ ਟੈਸਟ
ਜਦੋਂ ਤੁਸੀਂ ਸਾਨੂੰ ਟੀਚਰਸ ਦਿੰਦੇ ਸੀ ਕਿ ਤੁਸੀਂ ਸਾਨੂੰ ਸਾਡੇ 'ਤੇ ਪੂਰੀ ਨਿਗਰਾਨੀ ਕਰਦੇ ਸੀ ਕਿ ਅਸੀਂ ਨਕਲਾਂ ਤਾਂ ਨਹੀਂ ਮਾਰ ਰਹੇ। ਅਤੇ ਸੋ ਉਦੋਂ ਤੁਹਾਨੂੰ ਪਤਾ ਵੀ ਹੁੰਦਾ ਸੀ ਕਿ ਇਹਨੂੰ ਕੁਛ ਨਹੀਂ ਆਉਂਦਾ ਇਸ ਟੈਸਟ ਦਾ, ਇਹਨੂੰ ਇਸ ਸਬਜੈਕਟ ਦਾ ਕੁਛ ਨਹੀਂ ਆਉਂਦਾ, ਬਟ ਯੂ ਨੈਵਰ ਸੈਡ ਅ ਵਰਡ ਕਿ ਪਰ ਤੁਸੀਂ ਸਾਡੀ ਉਸ ਵੇਲੇ ਸਾਡੀ ਉਸ ਸਬਜੈਕਟ ਦੀ ਕਮਜ਼ੋਰੀ ਦੇਖੀ ਵੀ, ਪਰ ਯੂ ਨੈਵਰ ਸੈਡ ਅ ਵਰਡ, ਤੁਸੀਂ ਕੁਛ ਨਹੀਂ ਕਿਹਾ। ਤੁਸੀਂ ਇਹ ਨਹੀਂ ਦੇਖਿਆ ਕਿ ਇਸ ਬੱਚੇ ਦੀ ਜਿਹੜੀ ਇਸ ਸਬਜੈਕਟ ਦੀ ਪਰੇਸ਼ਾਨੀ ਹੈ ਇਹਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਏ। I have the same situation at home, no one to turn to for help for miles around, no books, no telephone. So ਕੀ ਕਹਿੰਦਾ ਕਿ ਸਾਡਾ ਫਿਰ ਘਰ ਦੇ ਵਿੱਚ ਵੀ ਸਾਡੀ ਇਹੀ ਸਥਿਤੀ ਹੈ, ਜਿਹੜੇ ਅਸੀਂ ਅਨਪੜ੍ਹ ਗਰੀਬ ਪਰਿਵਾਰਾਂ ਦੇ ਬੱਚੇ ਹਾਂ। ਕਲੀਅਰ ਕਿ ਸਾਨੂੰ ਤੁਸੀਂ ਵੀ ਕਈ ਵਾਰ ਦੇਖਿਆ ਹੋਣਾ ਕਿ ਪਿੰਡ ਦੇ ਵਿੱਚ ਕਈ ਵਾਰੀ ਦੂਰ ਦੂਰ ਤੱਕ ਕਈ ਪਿੰਡਾਂ ਦੇ ਵਿੱਚ ਕੋਈ ਹੋਰ ਪੜ੍ਹਿਆ ਲਿਖਿਆ ਵਿਅਕਤੀ ਹੀ ਨਹੀਂ ਹੁੰਦਾ। ਸੋ ਜਿਹਦੇ ਕਰਕੇ ਕਿ ਜਿਹੜੇ ਜੇ ਸਟੂਡੈਂਟ ਨੂੰ ਕੁਛ ਨਹੀਂ ਵੀ ਆਉਂਦਾ ਕੋਈ ਪੜ੍ਹਾਈ ਦਾ, ਤਾਂ ਉਹਨੂੰ ਕੋਈ ਹੈਲਪ ਕਰਨ ਵਾਲਾ ਵੀ ਨਹੀਂ ਹੁੰਦਾ। ਕਈ ਮੀਲਾਂ ਤੱਕ ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਸੋ ਕਹਿੰਦਾ ਕਿ ਆਈ ਹੈਵ ਦਾ ਸੇਮ ਸਿਚੁਏਸ਼ਨ ਐਟ ਹੋਮ ਕਿ ਸਕੂਲ ਦੇ ਵਿੱਚ ਟੀਚਰ ਨੂੰ ਆਉਂਦਾ ਸਭ ਕੁਝ ਸੀਗਾ, ਪਰ ਉਹ ਬੱਚੇ ਦੀ ਮਦਦ ਕਰਨ ਲਈ ਤਿਆਰ ਨਹੀਂ ਸੀ, ਉਹਨੂੰ ਸਮਝਾਉਣ ਲਈ ਤਿਆਰ ਨਹੀਂ ਸੀ। ਔਰ ਕਹਿੰਦਾ ਕਿ ਸਾਡੀ ਘਰਾਂ ਦੇ ਵਿੱਚ ਵੀ ਇਹੀ ਸਥਿਤੀ ਹੁੰਦੀ ਹੈ, ਜਿਹੜੇ ਕਿ ਅਸੀਂ ਪਿੰਡਾਂ ਦੇ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਰਹਿੰਦੇ ਹਾਂ। ਕਈ ਵਾਰੀ ਦੂਰ ਦੂਰ ਤੱਕ ਕੋਈ ਨਹੀਂ ਵਿਅਕਤੀ ਹੁੰਦਾ ਜਿਹੜਾ ਕਿ ਪੜ੍ਹਿਆ ਲਿਖਿਆ ਹੋਵੇ ਅਤੇ ਸਾਨੂੰ ਪੜ੍ਹਾਈ ਦੇ ਵਿੱਚ ਮਦਦ ਕਰ ਸਕੇ। ਨੋ ਬੁੱਕਸ ਨੋ ਟੈਲੀਫੋਨ, ਕਿ ਪਿੰਡਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਵੀ ਇਹੀ ਹਾਲ ਹੈ ਕਿ ਨਾ ਤਾਂ ਕਿਤਾਬਾਂ ਹੈ ਅਤੇ ਨਾ ਹੀ ਟੈਲੀਫੋਨ ਹੈ। ਨਾਓ ਹੀਅਰ ਆਈ ਐਮ ਇਨ ਸਕੂਲ। ਸੋ ਫਿਰ ਉਹ ਹੁਣ ਪੁਰਾਣੇ ਸਕੂਲ ਦੀ ਉਹ ਗੱਲ ਕਰ ਰਿਹਾ ਕਿ ਹੁਣ ਇੱਥੇ ਪੇਰੈਂਟਸ ਨੇ ਆਪਣੇ ਵੱਲੋਂ ਮੈਨੂੰ ਕਿੱਥੇ ਭੇਜਿਆ ਸੀਗਾ, ਸਕੂਲ ਵਿੱਚ ਭੇਜਿਆ ਸੀ। ਆਈ ਕੇਮ ਫਰੋਮ ਫਾਰ ਅਵੇ ਟੂ ਬੀ ਟੌਟ। ਸੋ ਮੇਰੇ ਜਿਹੜੇ ਪੇਰੈਂਟਸ ਸੀ ਉਹਨਾਂ ਨੇ ਮੈਨੂੰ ਬੜੀ ਦੂਰ ਇੱਕ ਸਕੂਲ ਵਿੱਚ ਪਾਇਆ ਸੀ, ਤੁਹਾਡੇ ਸਕੂਲ ਦੇ ਵਿੱਚ। Here I don't have to deal with my mother who promised to be quiet and then interrupted me 100 times. ਸੋ ਕੀ ਕਹਿੰਦਾ ਕਿ ਘਰ ਦੇ ਵਿੱਚ ਕੀ ਸਥਿਤੀ ਸੀਗੀ ਕਿ ਮੇਰੀ ਮਦਰ ਸੀ ਜਿਹੜੀ ਕਿ ਖੁਦ ਅਨਪੜ੍ਹ ਸੀਗੀ, ਜਿਹੜੀ ਕਿ ਬਾਰ-ਬਾਰ ਕੀ ਪ੍ਰੋਮਿਸ ਕਰਦੀ ਸੀ ਕਿ ਹੁਣ ਨਹੀਂ ਬੋਲੂਗੀ, ਪਰ ਫਿਰ ਕਿਉਂਕਿ ਉਹਨੂੰ ਇਹ ਨਹੀਂ ਪਤਾ ਸੀਗਾ ਕਿ ਪੜ੍ਹਾਈ ਦੇ ਵਿੱਚ ਕਿੰਨੀ ਕੌਨਸਨਟ੍ਰੇਸ਼ਨ ਦੀ ਜ਼ਰੂਰਤ ਹੈ, ਸਾਇਲੈਂਸ ਦੀ ਜ਼ਰੂਰਤ ਹੈ, ਉਹ ਮੈਨੂੰ ਫਿਰ ਬਾਰ-ਬਾਰ ਆ ਕੇ ਵਿੱਚ ਡਿਸਟਰਬ ਕਰਦੀ ਸੀ। My sister's little boy is not here to ask me for help with his homework. Here I have silence and good light and a desk all to myself. ਸੋ ਹੁਣ ਉਹ ਕੀ ਦੱਸ ਰਿਹਾ ਕਿ ਆਪਣੇ ਪੁਰਾਣੇ ਸਕੂਲ ਦੀ ਉਹ ਗੱਲ ਕਰ ਰਿਹਾ ਕਿ ਉੱਥੇ ਮੇਰੇ ਪੇਰੈਂਟਸ ਨੇ ਮੈਨੂੰ ਬੜੀ ਦੂਰ ਭੇਜਿਆ, ਕਲੀਅਰ ਕਿ ਇਹ ਬੱਚਾ ਉੱਥੇ ਪੜ੍ਹੇਗਾ। ਸੋ ਕਹਿੰਦਾ ਉੱਥੇ ਮੈਨੂੰ ਡਿਸਟਰਬ ਕਰਨ ਵਾਲਾ ਕੋਈ ਨਹੀਂ ਸੀ, ਮੇਰੀ ਮਦਰ ਵੀ ਨਹੀਂ ਸੀ, ਮੇਰੀ ਸਿਸਟਰ ਦਾ ਛੋਟਾ ਬੱਚਾ ਵੀ ਨਹੀਂ ਸੀ ਜਿਹੜਾ ਕਿ ਮੈਨੂੰ ਹੋਮਵਰਕ ਕਰਵਾਉਣ ਵਾਸਤੇ ਕਹਿੰਦਾ। ਸੋ ਕਹਿੰਦਾ ਇੱਥੇ ਮੇਰੇ ਕੋਲ ਪੂਰੀ ਤਰ੍ਹਾਂ ਨਾਲ ਸਾਇਲੈਂਸ ਸੀਗੀ, ਕਮਰੇ ਦੇ ਵਿੱਚ ਰੌਸ਼ਨੀ ਵੀ ਸੀਗੀ, ਪੂਰੀਆਂ ਸਹੂਲਤਾਂ ਸੀਗੀਆਂ ਜਿਹੜੀਆਂ ਕਿ ਸਕੂਲ ਨੇ ਦਿੱਤੀਆਂ ਹੋਈਆਂ ਸੀ। ਐਂਡ ਐਵਰ ਦੇਅਰ ਅ ਫਿਊ ਸਟੈਪਸ ਅਵੇ ਯੂ ਸਟੈਂਡ, ਯੂ ਨੋ ਆਲ ਆਫ ਦੀਸ ਥਿੰਗਸ, ਯੂ ਆਰ ਪੇਡ ਟੂ ਹੈਲਪ ਮੀ। ਸੋ ਫਿਰ ਉਹ ਪੁਰਾਣੇ ਆਪਣੇ ਸਕੂਲ ਦੇ ਟੀਚਰ ਨੂੰ ਹੀ ਕਹਿ ਰਿਹਾ ਕਿ ਉੱਥੇ ਟੀਚਰ ਸੀ, ਕਲੀਅਰ ਪਿੰਡ ਵਿੱਚ ਤਾਂ ਕੋਈ ਆਸ-ਪਾਸ ਪੜ੍ਹਿਆ ਲਿਖਿਆ ਵੀ ਨਹੀਂ ਸੀ। ਸੋ ਕਹਿੰਦਾ ਜਿੱਥੇ ਮੇਰੇ ਪੇਰੈਂਟਸ ਨੇ ਮੈਨੂੰ ਭੇਜਿਆ ਸੀ ਉੱਥੇ ਟੀਚਰ ਸੀਗਾ ਔਰ ਉਹਨੂੰ ਸਾਰੀਆਂ ਚੀਜ਼ਾਂ ਆਉਂਦੀਆਂ ਸੀਗੀਆਂ। ਯੂ ਆਰ ਪੇਡ ਟੂ ਹੈਲਪ ਮੀ। ਔਰ ਹੋਰ ਗੱਲ ਕੀ ਸੀਗੀ ਕਿ ਟੀਚਰ ਨੂੰ ਇਸ ਸਟੂਡੈਂਟ ਨੂੰ ਪੜ੍ਹਾਉਣ ਦੀ ਤਨਖਾਹ ਵੀ ਮਿਲਦੀ ਸੀਗੀ। ਇੰਸਟੈਡ ਯੂ ਵੇਸਟ ਯੋਰ ਟਾਈਮ ਕੀਪਿੰਗ ਮੀ ਅੰਡਰ ਗਾਰਡ ਐਜ਼ ਇਫ ਆਈ ਵਰ ਅ ਥੀਫ। ਸੋ ਕਹਿੰਦਾ ਕਿ ਬਜਾਏ ਕਿ ਕਮਜ਼ੋਰ, ਜਿੱਥੇ ਮੇਰਾ ਵਿਸ਼ਾ ਜਿਹੜਾ ਕਮਜ਼ੋਰ ਸੀਗਾ, ਬਜਾਏ ਕਿ ਮੈਨੂੰ ਉੱਥੇ ਹੈਲਪ ਕਰਨ ਦੇ, ਇਸ ਦੀ ਬਜਾਏ, ਇੰਸਟੈਡ ਦਾ ਮਤਲਬ ਕਿ ਇਸ ਦੇ ਬਜਾਏ ਤੁਸੀਂ ਟੀਚਰਸ ਕੀ ਕਰਦੇ ਸੀਗੇ, ਸਾਡੇ ਤੋਂ ਪੇਪਰ ਟੈਸਟ ਸਾਡੇ ਤੋਂ ਕਰਵਾਉਂਦੇ ਸੀਗੇ ਔਰ ਸਾਨੂੰ ਇੱਦਾਂ ਸਾਡੇ 'ਤੇ ਨਿਗਰਾਨੀ ਰੱਖਦੇ ਸੀ ਜਿੱਦਾਂ ਕਿ ਅਸੀਂ ਕੋਈ ਚੋਰ ਹੁੰਦੇ ਹਾਂ। ਠੀਕ ਹੈ। ਸੋ ਬਜਾਏ ਕਿ ਇਹ ਦੇਖਣ ਦੇ ਕਿ ਬੱਚੇ ਨੂੰ ਕੁਛ ਵੀ ਨਹੀਂ ਆ ਰਿਹਾ, ਕਲੀਅਰ, ਸੋ ਟੀਚਰ ਬਜਾਏ ਕਿ ਉਹਨੂੰ ਹੈਲਪ ਕਰਨ ਦੇ ਕਿ ਇਸ ਵਿਸ਼ੇ ਦੀ ਉਹਨੂੰ ਸਮਝ ਆ ਜਾਵੇ, ਕੀ ਕਹਿੰਦਾ ਕਿ ਤੁਸੀਂ ਇੱਦਾਂ ਦੀ ਕੋਈ ਵੀ ਐਫਰਟ ਨਹੀਂ ਕਰਦੇ ਸੀਗੇ। ਕਿਉਂਕਿ ਉਹ ਹੁਣ ਕਿੰਨਾ ਕੰਪੇਅਰ ਕਰ ਰਿਹਾ ਆਪਣੇ ਘਰ ਦੇ ਨਾਲ। ਸੋ ਘਰ ਵਿੱਚ ਵੀ ਕੀ ਹੈ, ਘਰ ਦੇ ਵਿੱਚ ਹਰ ਪਾਸੇ ਸ਼ਾਂਤੀ ਹੈ। ਘਰ ਦੇ ਵਿੱਚ ਬੱਚੇ ਨੂੰ ਕਈ ਤਰ੍ਹਾਂ ਦੀ ਡਿਸਟਰਬੈਂਸ ਸੀਗੀ, ਕੋਈ ਪੜ੍ਹਾਉਣ ਵਾਲਾ ਨਹੀਂ ਸੀ। ਸੋ ਪੇਰੈਂਟਸ ਨੇ ਦੂਰ ਭੇਜਿਆ, ਪਰ ਇੱਥੇ ਕੀ ਪ੍ਰੋਬਲਮ ਸੀਗੀ, ਬਾਕੀ ਸਾਰੀਆਂ ਸਹੂਲਤਾਂ ਸੀ ਪਰ ਕੋਈ ਸਮਝਾਉਣ ਵਾਲਾ ਨਹੀਂ ਸੀ। ਸੋ ਕੀ ਕਹਿੰਦਾ ਕਿ ਇੱਥੇ ਵੀ ਆ ਕੇ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਸੀ। ਸੋ ਯੂ ਨੋ ਈਵਨ ਲੈਸ ਅਬਾਊਟ ਮੈਨ ਦੈਨ ਵੀ ਡੂ। ਸੋ ਅਗਲਾ ਪੁਆਇੰਟ ਉਹ ਕੀ ਕਹਿ ਰਿਹਾ ਕਿ ਤੁਹਾਨੂੰ ਤਾਂ ਈਵਨ ਟੀਚਰਸ ਨੂੰ ਅਸਲੀ ਦੁਨੀਆ ਬਾਰੇ ਬਹੁਤ ਹੀ ਘੱਟ ਪਤਾ ਹੈ। ਈਵਨ ਅਸੀਂ ਜਿਹੜੇ ਬੱਚੇ ਹਾਂ ਸਾਨੂੰ ਜ਼ਿਆਦਾ ਪਤਾ ਹੈ।
क्लियर। सो इत्थे ਉਹ ਕਿਹਨਾਂ ਦੀ ਗੱਲ ਕਰ ਰਿਹਾ ਜਿਹੜੇ ਕਿ द चिल्ड्रन हू आर फ्रॉम पुअर फैमिलीज़, अंडर प्रिविलेज्ड फैमिलीज़। द लिफ्ट सर्व्स एज अ गुड मशीन फॉर इग्नोरिंग द पीपल इन योर बिल्डिंग। सो ਕਹਿੰਦਾ ਕਿ ਤੁਸੀਂ ਤਾਂ ਜਿਹੜੇ ਟੀਚਰਸ ਹੋ ਤੁਸੀਂ ਅਮੀਰ ਪਰਿਵਾਰਾਂ ਨੂੰ ਬਿਲੋਂਗ ਕਰਦੇ ਸੀਗੇ ਔਰ ਤੁਸੀਂ ਕਿੱਥੇ ਰਹਿੰਦੇ ਸੀਗੇ, ਤੁਸੀਂ ਬਹੁ ਮੰਜ਼ਿਲਾ ਇਮਾਰਤਾਂ ਦੇ ਵਿੱਚ ਰਹਿੰਦੇ ਸੀਗੇ ਜਿੱਥੇ ਕਿ ਈਵਨ ਤੁਸੀਂ ਲਿਫਟ ਦੇ ਵਿੱਚ ਹੀ ਉੱਪਰ ਨੀਚੇ ਆਪਣੇ ਘਰਾਂ ਦੇ ਵਿੱਚ ਜਾਂਦੇ ਸੀਗੇ। ਸੋ ਜਦੋਂ ਨੈਚੁਰਲੀ ਵੈਨ ਵੀ ਟੇਕ ਸਟੇਅਰਸ, ਜਦੋਂ ਅਸੀਂ ਪੌੜੀਆਂ ਤੋਂ ਉੱਤਰਦੇ ਚੜ੍ਹਦੇ ਹਾਂ ਤਾਂ ਫਿਰ ਵੀ ਸਾਨੂੰ ਕੋਈ ਟੱਕਰਦਾ ਹੈ ਅਤੇ ਥੋੜ੍ਹਾ ਟਾਈਮ ਵੀ ਜ਼ਿਆਦਾ ਹੁੰਦਾ ਔਰ ਅਸੀਂ ਆਮ ਲੋਕਾਂ ਨਾਲ ਮਿਲਦੇ ਜੁਲਦੇ ਹਾਂ। ਪਰ ਉਹ ਕੀ ਕਹਿੰਦਾ ਕਿ ਤੁਸੀਂ ਤਾਂ ਇੱਦਾਂ ਦੀਆਂ ਬਿਲਡਿੰਗਸ ਵਿੱਚ ਰਹਿੰਦੇ ਸੀ ਜਿੱਥੇ ਕਿ ਲਿਫਟ ਲੱਗੀ ਹੋਈ ਸੀ। The lift serves as a good machine for ignoring the people in your building, the car for ignoring people who travel in buses, the telephone for avoiding seeing people's faces or entering their homes। ਔਰ ਤੁਸੀਂ ਜਿਹੜੇ ਟੀਚਰ ਸੀਗੇ ਉਹ ਇੱਦਾਂ ਦੀਆਂ ਸਹੂਲਤਾਂ ਰੱਖਦੇ ਸੀਗੇ ਜਿਹਦੇ ਵਿੱਚ ਕਿ ਤੁਸੀਂ ਲਿਫਟ ਵਿੱਚ ਹੀ ਉੱਪਰ ਨੀਚੇ ਜਾਂਦੇ ਸੀਗੇ ਔਰ ਫਿਰ ਉਸ ਤੋਂ ਬਾਅਦ ਤੁਸੀਂ ਨੀਚੇ ਉਤਰ ਕੇ ਆਪਣੀ ਬਿਲਡਿੰਗ 'ਚੋਂ ਨੀਚੇ ਉਤਰ ਕੇ ਤੁਸੀਂ ਕਾਰ ਦੇ ਵਿੱਚ ਟਰੈਵਲ ਕਰਦੇ ਸੀਗੇ, ਸਕੂਲ ਤੱਕ ਆਉਂਦੇ ਸੀ। ਸੋ ਪਬਲਿਕ ਸਕੂਲਸ ਦੇ ਟੀਚਰਸ ਦੀ ਗੱਲ ਕਰ ਰਹੇ ਜਿਹੜੇ ਕਿ ਅਮੀਰ ਪਰਿਵਾਰਾਂ ਨੂੰ ਬਿਲੋਂਗ ਕਰਦੇ। ਸੋ ਕੀ ਕਹਿੰਦਾ ਕਿ ਤੁਸੀਂ ਟੀਚਰਸ ਤਾਂ ਬੱਸਾਂ ਵਿੱਚ ਵੀ ਟਰੈਵਲ ਨਹੀਂ ਕਰਦੇ ਸੀ ਕਿਉਂਕਿ ਨੈਚੁਰਲੀ ਜਦੋਂ ਤੁਸੀਂ ਬੱਸ ਲੈਂਦੇ ਹੋ ਫਿਰ ਯੂ ਟਰੈਵਲ ਬਾਈ ਬੱਸਿਸ, ਫਿਰ ਤੁਸੀਂ ਕੀ ਕਰਦੇ ਹੋ, ਫਿਰ ਤੁਸੀਂ ਫਿਰ ਵੀ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹੋ। ਤੁਸੀਂ ਕਈ ਵਾਰੀ ਬੱਸ 'ਚ ਬੈਠੇ ਹੁੰਦੇ ਹੋ, ਤੁਹਾਡੇ ਅੱਗੇ ਪਿੱਛੇ ਲੋਕ ਗੱਲਾਂ ਕਰਦੇ ਹੈ, ਆਮ ਲੋਕ, ਔਰ ਤੁਹਾਨੂੰ ਪਤਾ ਲੱਗਦਾ ਹੈ ਕਿ ਆਮ ਲੋਕਾਂ ਦੀਆਂ ਕੀ ਪਰੇਸ਼ਾਨੀਆਂ। ਪਰ ਅ ਪਰਸਨ ਹੂ ਟਰੈਵਲਸ ਬਾਏ ਕਾਰ, ਉਹਨੂੰ ਇਸ ਤਰ੍ਹਾਂ ਦਾ ਕੋਈ ਵੀ ਐਕਸਪੋਜਰ ਨਹੀਂ ਹੁੰਦਾ, ਕੋਈ ਵੀ ਜਾਣਕਾਰੀ ਨਹੀਂ ਹੁੰਦੀ। ਸੋ ਜਿਹਦੇ ਕਰਕੇ ਕਿ ਉਹ ਅਸਲੀ ਦੁਨੀਆ ਤੋਂ ਦੂਰ ਹੋ ਜਾਂਦਾ। ਸੋ ਕੀ ਕਹਿ ਰਿਹਾ ਕਿ ਇਹ ਟੀਚਰ ਸਾਰੇ ਅਮੀਰ ਪਰਿਵਾਰਾਂ ਨੂੰ ਬਿਲੋਂਗ ਕਰਦੇ ਸੀਗੇ। ਦ ਟੈਲੀਫੋਨ ਫॉर ਅਵੋਇਡਿੰਗ ਸੀਇੰਗ ਪੀਪਲਸ ਫੇਸਿਸ, ਇਸੇ ਤਰ੍ਹਾਂ ਦੇ ਨਾਲ ਇਹਨਾਂ ਟੀਚਰਸ ਦੇ ਕੋਲ ਕੀ ਫੈਸਿਲਿਟੀ ਸੀਗੀ, ਟੈਲੀਫੋਨ ਦੀ, ਜਿਹਦੇ ਕਰਕੇ ਕਿ ਇਹਨਾਂ ਨੂੰ ਕਿਸੇ ਨੂੰ ਮਿਲਣ ਜਾਣਾ ਨਹੀਂ ਪੈਂਦਾ ਸੀਗਾ ਔਰ ਜਿਹਦੇ ਕਰਕੇ ਕਿ ਉਹਨਾਂ ਨੂੰ ਕਿਸੇ ਦੇ ਘਰਾਂ ਵਿੱਚ ਵੀ ਦਾਖਲ ਨਹੀਂ ਹੋਣਾ ਪੈਂਦਾ ਸੀ। ਸੋ ਉਹਦਾ ਕਹਿਣ ਦਾ ਮਤਲਬ ਕੀ ਹੈ ਕਿ ਇਸ ਕਰਕੇ ਜਿਹੜੇ ਉਹ ਟੀਚਰ ਸੀਗੇ ਉਹ ਆਮ ਅਸਲੀ ਜੀਵਨ ਤੋਂ ਦੂਰ ਸੀਗੇ ਔਰ ਆਮ ਲੋਕਾਂ ਦੀਆਂ ਕੀ ਪਰੇਸ਼ਾਨੀਆਂ ਹੋ ਸਕਦੀਆਂ, ਆਮ ਲੋਕ ਕਿੱਦਾਂ ਰਹਿੰਦੇ ਆ, ਇਹਦਾ ਦਾ ਉਹਨਾਂ ਨੂੰ ਕੋਈ ਵੀ ਆਈਡੀਆ ਨਹੀਂ ਸੀ। I don't know about you, but your students who know Cicero, how many families of living men do they know intimately? ਸੋ ਫਿਰ ਉਹ ਕੀ ਕਹਿੰਦਾ ਕਿ ਮੈਨੂੰ ਤੁਹਾਡੇ ਬਾਰੇ ਤਾਂ ਨਹੀਂ ਪਤਾ ਪਰ ਜਿਹੜੇ ਤੁਹਾਡੇ ਸਟੂਡੈਂਟਸ ਹੈ, ਕਲੀਅਰ। ਸੋ ਕਿਹਨਾਂ ਦੀ, ਹੁਣ ਉਹ ਕਿਹੜੇ ਸਟੂਡੈਂਟਸ ਦੀ ਗੱਲ ਕਰ ਰਿਹਾ, ਆਪਣੇ ਕਿਹੜੇ ਕਲਾਸਮੇਟਸ ਦੀ ਗੱਲ ਕਰ ਰਿਹਾ ਹੈ ਜਿਹੜੇ ਕਿ ਦ ਵਨਸ ਹੂ ਬਿਲੋਂਗਡ ਟੂ ਰਿਚ ਫੈਮਲੀਜ਼, ਕਲੀਅਰ। ਸੋ ਕਹਿੰਦਾ ਕਿ ਤੁਹਾਡੇ ਉਹ ਵਾਲੇ ਸਟੂਡੈਂਟਸ ਜਿਹੜੇ ਕਿ ਸਿਸੈਰੋ ਨੂੰ ਜਿਨ੍ਹਾਂ ਨੇ ਕਿ ਸਟੱਡੀ ਕੀਤਾ ਹੋਇਆ। ਹੁਣ ਸਿਸੈਰੋ ਕੌਣ ਹੈ? ਸਿਸੈਰੋ ਵਾਜ਼ ਦ ਨੇਮ ਆਫ ਅ ਵੈਰੀ ਓਲਡ ਔਥਰ, ਬਹੁਤ ਪੁਰਾਣੀ ਸਦੀ ਦਾ ਔਥਰ ਹੋਇਆ ਸਿਸੈਰੋ। ਔਰ ਇਹ ਪੜ੍ਹਾਉਣਾ ਅਤੇ ਇਹਨੂੰ ਪੜ੍ਹਨਾ ਇੱਕ ਬਹੁਤ ਹੀ ਖਾਸ ਗੱਲ ਮੰਨੀ ਜਾਂਦੀ ਸੀ ਔਰ ਅਮੀਰ ਪਰਿਵਾਰਾਂ ਦੇ ਲੋਕ ਆਪਣੇ ਬੱਚਿਆਂ ਨੂੰ ਸਿਸੈਰੋ ਪੜ੍ਹਾਉਂਦੇ ਸੀਗੇ। ਈਵਨ ਟਿਊਟਰਸ ਰੱਖ ਕੇ ਉਹਨਾਂ ਨੂੰ ਇਹ ਰਾਈਟਰ ਨੂੰ ਪੜ੍ਹਨ ਵਾਸਤੇ ਕਿਹਾ ਜਾਂਦਾ ਸੀਗਾ ਔਰ ਜਿਹਨੇ ਰਾਈਟਰ ਪੜ੍ਹਿਆ ਹੁੰਦਾ ਸੀ ਕੀ ਮੰਨਿਆ ਜਾਂਦਾ ਸੀ ਕਿ ਹੀ ਮਸਟ ਬੀ ਬਿਲੋਂਗਿੰਗ ਟੂ ਅ ਵੈਰੀ ਗੁੱਡ ਫੈਮਿਲੀ, ਟੂ ਅ ਰਿਚ ਫੈਮਿਲੀ। ਸੋ ਕੀ ਕਹਿੰਦਾ ਕਿ ਸਿਸੈਰੋ ਜਿਹੜੇ ਸਟੂਡੈਂਟਸ ਨੇ ਪੜ੍ਹਿਆ ਹੋਇਆ, ਯਾਨੀ ਕਿ ਆਪਣੇ ਕਿਹੜੇ ਕਲਾਸਮੇਟਸ ਦੀ ਗੱਲ ਕਰ ਰਹੇ ਜਿਹੜੇ ਕਿ ਦ ਵਨਸ ਹੂ ਬਿਲੋਂਗਡ ਟੂ ਰਿਚ ਫੈਮਲੀਜ਼। ਹਾਊ ਮੈਨੀ ਫੈਮਲੀਜ਼ ਆਫ ਲਿਵਿੰਗ ਮੈਨ ਡੂ ਦੇ ਨੋ ਇੰਟੀਮੇਟਲੀ। ਸੋ ਟੀਚਰ ਨੂੰ ਕੀ ਪੁੱਛ ਰਿਹਾ ਕਿ ਜਿਹੜੇ ਤੁਹਾਡੇ ਸਟੂਡੈਂਟਸ ਹੈ ਜਿਹੜੇ ਕਿ ਅਮੀਰ ਪਰਿਵਾਰਾਂ 'ਚੋਂ ਆਉਂਦੇ ਹੈ। ਸੋ ਕੀ ਕਹਿੰਦਾ ਕਿ ਕਿੰਨੇ ਪਰਿਵਾਰਾਂ ਨੂੰ ਉਹ ਜਾਣਦੇ ਹੈ ਕਲੋਜ਼ਲੀ। ਇੰਟੀਮੇਟਲੀ ਦਾ ਮਤਲਬ ਵੀ ਕੀ ਹੈ? ਕਲੋਜ਼ਲੀ। ਸੋ ਕਹਿੰਦਾ ਕਿ ਜਿਸ ਤਰ੍ਹਾਂ ਕਿ ਜਿੰਨਾ ਵਿਅਕਤੀ ਅਮੀਰ ਹੁੰਦਾ ਜਾਂਦਾ ਉਨਾ ਉਹ ਬਾਕੀਆਂ ਤੋਂ ਦੂਰ ਹੁੰਦਾ ਜਾਂਦਾ। ਸੋ ਕਿਹਨਾਂ ਦੀ ਗੱਲ ਕਰ ਰਿਹਾ ਕਿ ਨੈਚੁਰਲੀ ਜਿਸ ਤਰ੍ਹਾਂ ਤੁਸੀਂ ਵੱਡੀ ਜਗ੍ਹਾ 'ਤੇ ਜਾਂਦੇ ਹੋ ਤਾਂ ਈਵਨ ਗੁਆਂਢੀ ਵੀ ਇੱਕ ਦੂਜਿਆਂ ਨੂੰ ਨਹੀਂ ਜਾਣਦੇ। ਸੋ ਇਸੇ ਤਰ੍ਹਾਂ ਦੇ ਨਾਲ ਦ ਪੀਪਲ ਹੂ ਆਰ ਰਿਚ, ਕਿਉਂਕਿ ਉਹਨਾਂ ਨੂੰ ਕੀ ਲੱਗਦਾ ਹੁੰਦਾ ਕਿ ਸਾਡੇ ਕੋਲ ਵੀ ਹੈਵ ਮਨੀ। ਸੋ ਇਸ ਕਰਕੇ ਉਹ ਕਿਤੇ ਵੀ ਜ਼ਿਆਦਾ ਕੰਟੈਕਟਸ ਇੰਨੇ ਨੇੜੇ ਤੇੜੇ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਉਹਨਾਂ ਨੂੰ ਕੀ ਲੱਗਦਾ ਕਿ ਕੋਈ ਵੀ ਮੁਸੀਬਤ ਆਏਗੀ ਤਾਂ ਸਾਡੇ ਕੋਲ ਪੈਸਾ ਹੈਗਾ ਆਪਣਾ। ਸੋ ਇਸੇ ਕਰਕੇ ਉਹ ਇਸ ਤੋਂ ਉਲਟ ਜਿਹੜੇ ਛੋਟੀ ਜਗ੍ਹਾ ਜਿਹੜੀ ਹੁੰਦੀ ਹੈ, ਜਿੱਥਾਂ ਛੋਟੇ ਕਸਬੇ ਹੁੰਦੇ ਆ, ਪਿੰਡ ਹੁੰਦੇ ਆ, ਉੱਥੇ ਜ਼ਿਆਦਾ ਸਾਂਝ ਹੁੰਦੀ ਹੈ ਜਿਹੜੇ ਨੇਬਰਸ ਹੁੰਦੇ ਉਹਨਾਂ ਦੇ ਆਪਸ ਦੇ ਵਿੱਚ। ਸੋ ਕੀ ਕਹਿੰਦਾ ਕਿ ਜਿਹੜੇ ਅਮੀਰ ਪਰਿਵਾਰਾਂ ਦੇ ਬੱਚੇ ਹੈ ਉਹ ਮੈਨੂੰ ਦੱਸਣ
ਕਿ ਉਹ ਕਿੰਨੇ ਫੈਮਲੀਜ਼ ਨੂੰ ਜਾਣਦੇ ਹੈ। ਹਾਊ ਮੈਨੀ ਆਫ देयर ਕਿਚਨਸ ਹੈਵ ਦੇ ਵਿਜ਼ਿਟਡ, ਔਰ ਕਿੰਨੇ ਕੁ ਘਰਾਂ 'ਚੋਂ ਜਾਂਦੇ ਹੈ, ਔਰ ਘਰਾਂ ਦੇ ਵਿੱਚ ਕਿੰਨੀਆਂ ਕੁ ਰਸੋਈਆਂ ਦੇ ਵਿੱਚੋਂ ਜਾਂਦੇ। ਸੋ ਨੈਚੁਰਲੀ ਤੁਸੀਂ ਕਿਹਨਾਂ ਦੀ ਕਿਚਨ 'ਚ ਜਾਂਦੇ ਹੋ ਜਿੱਥੇ ਕਿ ਤੁਸੀਂ ਬਹੁਤ ਹੀ ਨੇੜਤਾ ਮਹਿਸੂਸ ਕਰਦੇ। ਸੋ ਕਹਿੰਦਾ ਕਿ ਕਿੰਨੇ ਕੁ ਪਰਿਵਾਰਾਂ ਨੂੰ ਇੰਨੀ ਕੁ ਚੰਗੀ ਤਰ੍ਹਾਂ ਜਾਣਦੇ ਕਿ ਉਹਨਾਂ ਦੇ ਕਿਚਨਸ ਤੱਕ ਗਏ ਹੈ। ਹਾਊ ਮੈਨੀ ਆਫ देयर ਸਿੱਖ ਹੈਵ ਦੇ ਸੈਟ ਵਿਦ ਥਰੂ ਦ ਨਾਈਟ, ਔਰ ਕਿੰਨੇ ਕੁ ਨੇੜੇ ਉਹ ਇੰਨੇ ਕੁ ਪਰਿਵਾਰਾਂ ਦੇ ਹੈਗੇ ਹੈ ਕਿ ਉਹਨਾਂ ਨੇ ਸੁੱਖ ਦੁੱਖ ਵਿੱਚ ਉਹਨਾਂ ਦਾ ਸਾਥ ਦਿੱਤਾ। ਜਿਸ ਤਰ੍ਹਾਂ ਕਿ ਜਿਹੜੇ ਪਰਿਵਾਰ ਗਰੀਬ ਹੈਗੇ ਆ ਉੱਥੇ ਉਹ ਨੈਚੁਰਲੀ ਜਦੋਂ ਕੋਈ ਵਿਅਕਤੀ ਬਿਮਾਰ ਪੈਂਦਾ ਤਾਂ ਇੱਕ ਦੂਸਰੇ ਦੀ ਹੈਲਪ ਕਰਦੇ ਆ, ਉਹਨਾਂ ਦੇ ਕਈ ਵਾਰੀ ਸਾਰੀ ਸਾਰੀ ਰਾਤ ਉਹਨਾਂ ਦੇ ਨੇੜੇ ਬੈਠਦੇ ਆ। ਸੋ ਕਹਿੰਦਾ ਕਿ ਅਮੀਰ ਪਰਿਵਾਰਾਂ ਦੇ ਵਿੱਚ ਕਿੰਨੇ ਕੁ ਬੱਚੇ ਇੱਦਾਂ ਦੇ ਹੈਗੇ। ਹਾਊ ਮੈਨੀ ਆਫ ਦੇ ਡੈਡ ਹੈਵ ਦੇ ਬੋਰਨ ਔਨ ਦੇਅਰ ਸ਼ੋਲਡਰ, ਸੋ ਕਿੰਨਿਆਂ ਕੁ ਨੂੰ ਉਹ ਆਪਣੇ ਮੋਢੇ 'ਤੇ ਲੈ ਕੇ ਗਏ ਹੈ, ਮਰੇ ਹੋਏ ਲੋਕਾਂ ਨੂੰ ਉਹਨਾਂ ਦੇ ਅੰਤਿਮ ਸੰਸਕਾਰ ਦੇ ਵਿੱਚ ਹੈਲਪ ਕੀਤੀ ਹੋਵੇ। ਹਾਊ ਮੈਨੀ ਕੈਨ ਦੇ ਟਰਸਟ ਵੈਨ ਦੇ ਆਰ ਇਨ ਡਿਸਟ੍ਰੈਸ, ਔਰ ਕਿਹੜੇ ਅਮੀਰ ਪਰਿਵਾਰਾਂ ਦੇ ਬੱਚਿਆਂ ਨੂੰ ਕਿੰਨੇ ਕੁ ਇੱਦਾਂ ਦੇ ਲੋਕ ਜਾਣਦੇ ਆ ਜਿਨ੍ਹਾਂ ਨੂੰ ਕਿ ਉਹ ਮੁਸੀਬਤ ਦੇ ਵਿੱਚ ਆਵਾਜ਼ ਦੇ ਸਕਣ। ਸੋ ਇੱਥੇ ਉਹ ਕੀ ਕੰਟਰਾਸਟ ਕਰ ਰਿਹਾ ਹੈ ਕਿ ਦ ਰਿਚ ਪੀਪਲ ਦੇ ਡੂ ਨਾਟ ਨੋ ਪੀਪਲ ਇੰਟੀਮੇਟਲੀ ਕਲੋਜ਼ਲੀ, ਜਿਹਦੇ ਕਰਕੇ ਕਿ ਉਹਨਾਂ ਨੂੰ ਅਸਲੀ ਜੀਵਨ ਦਾ ਨਹੀਂ ਪਤਾ। ਸੋ ਨਾਓ ਆਈ ਮੇਕ ਐਨ ਐਂਡ ਹੀਅਰ ਐਂਡ ਆਈ ਵਿਲ ਕੰਟੀਨਿਊ ਵਿਦ ਦਿਸ ਇਨ ਮਾਈ ਨੈਕਸਟ ਲੈਕਚਰ, ਐਂਡ ਆਈ ਹੋਪ ਤੁਹਾਨੂੰ ਇਹਦੀ ਸਮਝ ਆ ਰਹੀ ਹੈ। ਸੋ